ਆਪਾਂ ਸੋ ਇਹ ਸਾਰੀ ਵਿਚਾਰ ਤੋਂ ਬਾਅਦ ਆਪਾਂ ਇਸ ਨਿਰਣੇ ਤੇ ਪਹੁੰਚਦੇ ਹਾਂ ਕਿ ਜਿਤਨਾ ਚਿਰ ਮਨੁੱਖ ਗੁਰੂ ਨੂੰ ਧਾਰਨ ਨਹੀਂ ਕਰਦਾ ਉਤਨਾ ਚਿਰ ਤੱਕ ਉਸ ਨੂੰ ਗੁਰਮੰਤਰ ਨਾਮ ਦੀਖਿਆ ਪ੍ਰਾਪਤ ਨਹੀਂ ਹੋ ਸਕਦੇ। ਔਰ ਜਿਤਨਾ ਚਿਰ ਨਾਮ ਅੰਮ੍ਰਿਤ ਗੁਰੂ ਦੇ ਪਾਸੋਂ ਪ੍ਰਾਪਤ ਨਹੀਂ ਹੁੰਦਾ ਉਤਨਾ ਚਿਰ ਜੋ ਉਸ ਦੇ ਅੰਦਰ ਅੰਮ੍ਰਿਤ ਦਾ ਕੁੰਡ ਹੈ, ਉਸ ਦੇ ਅੰਦਰ ਜੋ ਅੰਮ੍ਰਿਤ ਦਾ ਸਮੁੰਦਰ ਹੈ, ਅੰਦਰ ਜੋ ਅੰਮ੍ਰਿਤ ਦਾ ਖਜ਼ਾਨਾ ਹੈ, ਨਾਮ ਨਿਦਾਨ ਹੈ, ਉਸ ਤੱਕ ਉਸ ਦੀ ਪਹੁੰਚ ਨਹੀਂ ਹੋ ਸਕਦੀ। ਉਹ ਅੰਦਰਲੇ ਆਨੰਦ ਨੂੰ ਫਿਰ ਸਾਰੀ ਜ਼ਿੰਦਗੀ ਵਾਸਤੇ ਸਦਾ ਲਈ ਮਾਣ ਨਹੀਂ ਸਕਦਾ, ਭਾਵੇਂ ਉਹ ਚਰਖੜੀਆਂ ਤੇ ਚੜਿਆ ਹੋਇਆ ਹੈ, ਭਾਵੇਂ ਉਹ ਰੰਬੀਆਂ ਦੇ ਥੱਲੇ ਬੈਠਾ ਹੈ, ਭਾਵੇਂ ਜੰਗਲਾਂ ਦੇ ਵਿੱਚ ਹੈ, ਭਾਵੇਂ ਕਿਸੇ ਵੀ ਅਵਸਥਾ ਦੇ ਵਿੱਚ ਹੈ, ਉਤਨਾ ਚਿਰ ਮਾਣ ਨਹੀਂ ਸਕਦਾ। तो सतगुरु महाराज गुरु नानक देव पातशाह जी ने सदा ही ऐसा किया। मानयोग भाई गुरदास साहब जी होनी लिखते ने, कहते ने जिस वेले सतगुरु जी जिंदगी के पिछले 18 वरे लगातार करतारपुर साहब आके ठहरे, उन्होंने आप धर्मसाल करतारपुर साध संगत सचखंड बनाया ते उत्थे की कीता, वाहिगुरु गुर शब्द सुनाया। सारे भ्रमण करन तो बाद थां थां ते जाके मिलन तो बाद ਵਿਅਕਤੀਆਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋੜਨ ਤੋਂ ਬਾਅਦ ਲਗਾਤਾਰ ਆ ਕੇ ਜੋ ਸਿਲਸਿਲਾ ਜਾਰੀ ਕੀਤਾ, ਜੋ ਲਗਾਤਾਰ ਸਿਲਸਿਲਾ ਜਾਰੀ ਕੀਤਾ ਕਰਤਾਰਪੁਰ ਦੇ ਵਿੱਚ ਆ ਕੇ, ਉਸ ਸਿਲਸਿਲੇ ਦਾ ਇਹ ਮੁੱਖ ਅੰਗ ਸੀ ਕਿ ਜਦੋਂ ਅਭਿਲਾਖੀ ਆਉਂਦੇ, ਪ੍ਰੇਮੀ ਆਉਂਦੇ, ਗੁਰੂ ਵਾਲਾ ਹੋਣਾ ਚਾਹੁੰਦੇ, ਗੁਰੂ ਕੇ ਸਿੱਖ ਬਣਨਾ ਚਾਹੁੰਦੇ, ਤੇ ਸਤਿਗੁਰੂ ਮਹਾਰਾਜ ਗੁਰਸ਼ਬਦ ਉਹਨਾਂ ਨੂੰ ਸੁਣਾਉਂਦੇ। ਗੁਰਸ਼ਬਦ ਕੀ ਸੀ? ਵਾਹਿਗੁਰੂ। ਹੁਣ ਉਹ ਗੁਰਸ਼ਬਦ ਕਿਹਾ ਜਾਂਦਾ ਸੀ। ਮਾਨਯੋਗ ਭਾਈ ਸਭ ਹੋਰੀ ਹੀ ਹਵਾਲੇ ਨੇ, ਚਰਨ ਧੋਏ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਦੂਸਰੀ ਇੱਕ ਹੋਰ ਪੌੜੀ ਵਿੱਚ ਇਹ ਹਵਾਲਾ ਹੈ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ, ਚਰਨ ਧੋਏ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਇਹ ਇੱਕ ਜੁਗਤੀ ਸੀ, ਇਹ ਇੱਕ ਢੰਗ ਸੀ ਕਿ ਚਰਨ ਧੋਏ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਸਤਿਗੁਰੂ ਆਪਣੇ ਚਰਨ ਧੋ ਕੇ ਸਿੱਖ ਨੂੰ, ਸਿੱਖ ਬਣਨ ਵਾਲੇ ਨੂੰ ਪਿਲਾਉਂਦੇ ਹੁੰਦੇ ਸਨ ਤੇ ਨਾਲ ਉਸ ਨੂੰ ਗੁਰੂ ਕਾ ਸ਼ਬਦ ਵਾਹਿਗੁਰੂ ਦ੍ਰਿੜ ਕਰਵਾਇਆ ਕਰਦੇ ਸਨ। ਵਾਹਿਗੁਰੂ ਕੌਣ? ਵਾਹਿਗੁਰੂ ਜਿਸ ਦਾ ਸਰੂਪ ਉਹਨਾਂ ਨੇ ਜਪ ਦੇ ਆਦ ਦੇ ਵਿੱਚ ਅੰਕਿਤ ਕੀਤਾ, ਜਿਸ ਨੂੰ ਮੰਗਲਾਚਰਨ ਵੀ ਅਸੀਂ ਆਖਦੇ ਹਾਂ ਤੇ ਮੂਲ ਮੰਤਰ ਵੀ ਪੰਥਕ ਰੂਪ ਦੇ ਵਿੱਚ ਆਖਿਆ ਗਿਆ ਹੈ। ਵਾਹਿਗੁਰੂ ਦਾ ਸਰੂਪ ਹੈ ਇੱਕ ਓੰਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਸਰੂਪ ਵਾਲੇ ਮਹਾਨ ਨਿਰੰਕਾਰ ਦਾ ਅਕਾਲ ਪੁਰਖ ਦਾ ਮੰਤਰ ਦ੍ਰਿੜ ਕਰਵਾਇਆ। ਮੰਤਰ ਹੈ ਵਾਹਿਗੁਰੂ ਜੋ ਗੁਰੂ का मंत्र है। और यही मंत्र जिहड़ा है भाई लैणा जी ने दृढ़ किया ते गुरु अंगद बन के यही मंत्र उन्होंने अपने समय के आने वाले प्यारियां नूं दृढ़ करवाया, जिन्हां दे विचों बाबा अमरदास भी सन। बाबा अमरदास जी ने गुरु बन के यही गुर मंत्र मूल मंत्र दृढ़ करवाया भाई जेठा जी नूं जो गुरु रामदास बने, ते इसे तरह ही यह सिलसिला लगातार अगे चलता गया। 10 गुरु साहिबान इसे सिलसिले के अनुसार ही आने वाले व्यक्ति नूं परमेश्वर दे नाल जोड़ते रहे। और ध्यान रखना 1675 ईस्वी नवंबर महीने दे विच सतगुरु गुरु तेग बहादुर साहब दिल्ली शहीद होंदे ने अते 10वें सतगुरु जी गुरगद्दी ते सुशोभित होंदे ने। उदों तो लैके 1675 नवंबर तो लैके ते 30 मार्च 1699 तक लगभग कितना अरसा हो गया? 23.5 वरियां दा अरसा लगभग बन जाता है। इन्ने वरे लगातार सतगुरु गुरु गोबिंद सिंह जी भी इसे रीति के अनुसार ही आने वाले अभिलाखियां नूं दीक्षित करते रहे। इतिहास पढ़िए असी ते सानू मिलता है, आया आसाम दा राजा रतन राय, बड़ा मशहूर है वो व्यक्ति, गुरु के प्यार वाला, जिहड़ा प्रसादी हाथी ते 5 कला शस्त्र ते होर वस्तुआं लैके आउंदा है।
ਆਇਆ ਜਿਸ ਵੇਲੇ ਉਹਦੇ ਮਨ ਚ ਰੀਝ ਆਈ, ਮੈਂ ਗੁਰੂ ਕਾ ਬਣਾ। ਹੱਥ ਜੋੜੇ ਉਸਨੇ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾਓ। ਤੇ ਫਿਰ ਸਤਿਗੁਰਾਂ ਕੀ ਕੀਤਾ, ਸਤਿਗੁਰ ਪਦ ਅਰਬਿੰਦ ਪਖਾਰੇ। ਭਾਈ ਸੰਤੋਖ ਸਿੰਘ ਹੁਣੀ ਇੱਥੇ ਨੋਟ ਕਰਦੇ ਨੇ, ਸਾਡੇ ਮਹਾਨ ਇਤਿਹਾਸਕਾਰ ਨੇ, ਲਿਖਦੇ ਨੇ ਇਸ ਘਟਨਾ ਦੇ ਬਾਬਤ, ਕਹਿੰਦੇ ਨੇ ਸਤਿਗੁਰਾਂ ਨੇ ਆਪਣੇ ਪਵਿੱਤਰ ਚਰਨ ਕਮਲ ਧੋਤੇ, ਪਖਾਰੇ, ਅਤੇ ਦਈ ਪਹੁਲ ਭਾਗ ਜਿਨ ਭਾਰੇ, ਉਹਨਾਂ ਨੂੰ ਪੌਲ ਦਿੱਤੀ, ਚਰਨ ਪੌਲ ਦਿੱਤੀ ਜਿਹੜਾ ਵੱਡੇ ਭਾਗਾਂ ਵਾਲਾ ਸੀ। ਤੇ ਚਰਨ ਪੌਲ ਦੇ ਕੇ ਵਾਹਿਗੁਰੂ ਨਿਜ ਮੰਤਰ ਦ੍ਰਿੜਾਇਓ, ਉਸ ਨੂੰ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ। ਗੁਰੂ ਕਾ ਨਿਜ ਤੋਂ ਪਾਵੇ, ਗੁਰੂ ਕਾ ਜੋ ਮੰਤਰ ਹੈ ਮੰਤਰ ਉਹ ਦ੍ਰਿੜ ਕਰਵਾਇਆ। ਮੇਰਾ ਕੀ ਭਾਵ ਹੈ ਕਹਿਣ ਤੋਂ ਕਿ ਇਸ ਸਮੇਂ ਤੱਕ, ਵਿਸਾਖੀ 1699 ਤੱਕ ਇਹੀ ਮਰਿਆਦਾ ਲਗਾਤਾਰ ਚੱਲਦੀ ਰਹੀ ਕਿ ਚਰਨ ਧੋ ਕੇ ਸਤਿਗੁਰੂ ਮਹਾਰਾਜ ਚਰਨ ਪੌਲ ਦਿੰਦੇ ਸਨ, ਚਰਨਾਂ ਦਾ ਅੰਮ੍ਰਿਤ ਦਿੰਦੇ ਸਨ, ਤੇ ਨਾਲ ਇਹ ਜਿਹੜੀ ਚਰਨ ਪੌਲ ਪ੍ਰਾਪਤ ਕਰਨ ਵਾਲਾ ਵਿਅਕਤੀ ਹੁੰਦਾ ਸੀ ਉਸ ਨੂੰ ਵਾਹਿਗੁਰੂ ਨਾਮ ਅੰਮ੍ਰਿਤ ਦਿਆ ਕਰਦੇ ਸਨ, ਬਖਸ਼ਿਸ਼ ਕਰਿਆ ਕਰਦੇ ਸਨ, ਦ੍ਰਿੜ ਕਰਵਾਇਆ ਕਰਦੇ ਸਨ। ਨਾਲ ਹੀ ਨਾਲ ਰਹਿਤਾਂ ਦੀ ਬਾਤ ਵੀ ਸਾਡੇ ਧਿਆਨ ਵਿੱਚ ਜ਼ਰੂਰ ਆਉਣੀ ਚਾਹੀਦੀ ਹੈ ਕਿ ਰਹਿਤਾਂ ਜਿਹੜੀਆਂ ਨੇ ਬੁਨਿਆਦੀ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈਆਂ ਸਨ। ਇਤਿਹਾਸਕ ਟੋਹ ਸਾਨੂੰ ਮਿਲਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਹੀ ਗੁਰੂ ਕੇ ਅਖਵਾਉਣ ਵਾਲੇ ਕੇਸਾਂ ਦੀ ਪ੍ਰਤਪਾਲਾ ਕਰਿਆ ਕਰਦੇ ਸਨ, ਤੇ ਜੋ ਕੇਸਾਂ ਦੀ ਪ੍ਰਤਪਾਲਾ ਕਰਿਆ ਕਰਦੇ ਸਨ ਉਹਨਾਂ ਦਾ ਕੰਗਾ ਰੱਖਣਾ ਜ਼ਰੂਰੀ ਸੀ। ਦਸਤਾਰ ਸਜਾਉਣੀ ਜਿਹੜੀ ਸੀ ਬੜੀ ਸੁਭਾਵਕ ਸੀ, ਭਾਵੇਂ ਸਾਡਾ ਪੰਜਾਬੀ ਸੱਭਿਆਚਾਰ ਵੀ ਹੈ, ਲੇਕਿਨ ਹੋਰ ਪੰਜਾਬੀ ਜਿਹੜੇ ਨੇ ਭਾਵੇਂ ਸਿਰ ਤੇ ਪੱਗ ਬੰਨਣ ਤੇ ਭਾਵੇਂ ਨਾ ਬੰਨਣ, ਪਰ ਜੋ ਕੇਸਾਂ ਧਾਰੀ ਗੁਰੂ ਕਾ ਸਿੱਖ ਬਣਿਆ ਉਸਨੇ ਤਾਂ ਪੱਗ ਬੰਨਣੀ ਹੈ ਨਾ, ਦਸਤਾਰ ਸਜਾਉਣੀ ਹੈ, ਚੱਲਿਆ ਆਉਂਦਾ ਸੀ। ਫਿਰ ਇਸੇ ਤਰ੍ਹਾਂ ਕੜੇ ਦੇ ਬਾਬਤ ਵੀ ਨਿਸ਼ਾਨ ਮਿਲਦੇ ਨੇ, ਇਸੇ ਤਰ੍ਹਾਂ ਕਛਹਿਰੇ ਦੇ ਬਾਬਤ ਵੀ ਨਿਸ਼ਾਨ ਮਿਲਦੇ ਨੇ। ਮੈਂ ਆਪ ਜੀ ਦੇ ਧਿਆਨ ਵਿੱਚ ਲਿਆਵਾਂ ਭਾਈ ਕੀ ਡਰੌਲੀ, ਜਦੋਂ ਕਿਤੇ ਆਪ ਜੀ ਨੂੰ ਮੌਕਾ ਬਣੇ ਤਾਂ ਜਾਣਾ ਮੋਗੇ ਦੇ ਕੋਲ ਭਾਈ ਕੀ ਡਰੌਲੀ, ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਕੇ ਭਾਈ ਸਾਈਂ ਦਾਸ ਦੇ ਪਾਸ ਕੁਝ ਸਮਾਂ ਠਹਿਰੇ ਰਹੇ। ਉੱਥੇ ਸਤਿਗੁਰਾਂ ਦੀਆਂ ਕੁਝ ਯਾਦਗਾਰੀ ਵਸਤੂਆਂ ਪਈਆਂ ਨੇ। ਉਹਨਾਂ ਵਸਤੂਆਂ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਛਹਿਰਾ ਵੀ ਪਿਆ ਹੋਇਆ ਹੈ, ਜਿਹੜਾ ਸੰਕੇਤ ਕਰਦਾ ਹੈ ਕਿ ਸਤਿਗੁਰੂ ਆਪ ਵੀ ਕਛਹਿਰਾ ਪਹਿਨਿਆ ਕਰਦੇ ਸਨ। ਤੇ ਸੁਭਾਵਕ ਹੈ ਕਿ ਜੇ ਸਤਿਗੁਰੂ ਆਪ ਕਛਹਿਰਾ ਪਹਿਨਿਆ ਕਰਦੇ ਸਨ ਤੇ ਕਛਹਿਰੇ ਦੀ ਰਹਿਤ ਉਹਨਾਂ ਦੇ ਸਿੱਖ ਵੀ ਉਸ ਵੇਲੇ ਰੱਖਿਆ ਕਰਦੇ ਸਨ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਸ਼ੇਸ਼ ਰੂਪ ਵਿੱਚ, ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਆਪਣੇ ਗਾਤਰੇ ਸ੍ਰੀ ਸਾਹਿਬ ਪਾਈ, ਤਲਵਾਰ ਪਾਈ, ਕਿਰਪਾਨ ਪਾਈ, ਔਰ ਉਹਨਾਂ ਨੇ 4 ਯੁੱਧ ਵੀ ਕੀਤੇ ਨੇ। ਉਹਨਾਂ ਯੁੱਧਾਂ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਪਿਆਰੇ ਸਿੱਖ ਸਨ ਨਾ, ਉਹ ਵੀ ਸਿਰ ਤਲੀ ਤੇ ਰੱਖ ਕੇ ਲਗਾਤਾਰ ਲੜਦੇ ਰਹੇ ਨੇ, ਔਰ ਸਤਿਗੁਰੂ ਜੀ ਦੇ ਕਮਾਨ ਦੇ ਹੇਠ ਮੈਦਾਨੇ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ ਨੇ। ਸਿੱਖ ਸ਼ਸਤਰਧਾਰੀ ਵੀ ਹੋਣ ਲੱਗ ਪਏ ਸਨ। ਜਿਹੜੀ ਵਿਚਾਰ ਆਪਣੇ ਅੱਜ ਕਰਨ ਵਾਲੀ ਹੈ ਨਾ, ਉਹ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਨੇ 30 ਮਾਰਚ 1699 ਵਾਲੇ ਦਿਨ ਇਸ ਚੱਲੀ ਆ ਰਹੀ ਮਰਿਆਦਾ ਦੇ ਵਿੱਚ ਲੋੜ ਦੇ ਅਨੁਸਾਰ ਕੁਝ ਤਬਦੀਲੀਆਂ ਕੀਤੀਆਂ, ਕੁਝ ਵਾਧੇ ਕੀਤੇ। ਇਹ ਨਹੀਂ ਹੈ ਕਿ ਪਹਿਲੇ ਵਿਅਕਤੀ ਗੁਰੂ ਕੇ ਅੰਮ੍ਰਿਤਧਾਰੀ ਨਹੀਂ ਹੋਇਆ ਕਰਦੇ ਸਨ, ਉਹ ਵੀ ਅੰਮ੍ਰਿਤਧਾਰੀ ਹੋਇਆ ਕਰਦੇ ਸਨ, ਨਾਮ ਅੰਮ੍ਰਿਤ ਦੇ ਧਾਰਨੀ ਹੋਇਆ ਕਰਦੇ ਸਨ। ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਉਹਨਾਂ ਨੂੰ ਰਹਿਤ ਦ੍ਰਿੜ ਕਰਵਾਇਆ ਕਰਦੇ ਸਨ, ਉਹ ਰਹਿਤ ਮਰਿਆਦਾ ਦੇ ਧਾਰਨੀ ਹੋਇਆ ਕਰਦੇ ਸਨ। ਔਰ ਯਾਦ ਰੱਖਿਓ ਜੇ, ਉਹ ਪੂਰਨ ਸਿੱਖ ਹੋਇਆ ਕਰਦੇ ਸਨ। ਭਾਈ ਮਤੀ ਦਾਸ ਵਰਗੇ, ਭਾਈ ਦਿਆਲਾ ਵਰਗੇ, ਭਾਈ ਸਤੀ ਦਾਸ ਵਰਗੇ ਤੇ ਹੋਰ ਅਨੇਕਾਂ ਪ੍ਰੇਮੀ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਦੇਖ ਰੇਖ ਹੇਠ ਮੈਦਾਨੇ ਜੰਗਾਂ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। 6ਵੇਂ ਸਤਿਗੁਰਾਂ ਦੇ ਵੇਲੇ ਵੀ ਤੇ 10ਵੇਂ ਸਤਿਗੁਰਾਂ ਦੇ ਵੇਲੇ ਵੀ ਨਦਾਉਣ ਦੇ ਜੰਗ ਦੇ ਵਿੱਚ, ਭੰਗਾਣੀ ਦੇ ਯੁੱਧ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹ ਕਿਤੇ ਕਮਜ਼ੋਰ ਬਿਰਤੀਆਂ ਵਾਲੇ ਜਾਂ ਘੱਟ ਜੀਵਨ ਵਾਲੇ ਵਿਅਕਤੀ ਨਹੀਂ ਸਨ, ਮਹਾਨ ਸਨ ਉਹ। ਲੇਕਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਲਾਏ ਹੋਏ ਆਦੇਸ਼ ਨੂੰ, ਚਲਾਏ ਹੋਏ ਉਦੇਸ਼ ਨੂੰ ਅੱਜ ਮੁਕੰਮਲ ਰੂਪ ਦਿੰਦਿਆਂ ਹੋਇਆਂ ਇੱਕ ਇਹ ਵੀ ਛੋਹ ਦਿੱਤੀ ਉਹਨਾਂ ਨੇ। ਸਤਿਗੁਰੂ ਤ੍ਰਿਕਾਲਦਰਸ਼ੀ ਸਨ, ਆਉਣ ਵਾਲੇ ਸਮੇਂ ਦੇ ਬਾਬਤ
ਜਾਣੂ ਸਨ, ਗਿਆਤਾ ਸਨ, ਔਰ ਚਾਹੁੰਦੇ ਸਨ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਜੋ ਮਨੁੱਖ ਨੂੰ ਸ਼ਬਦ ਦੇ ਲੜ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਉਹ ਸਿਲਸਿਲਾ ਮੁਕੰਮਲ ਹੋ ਜਾਣਾ ਚਾਹੀਦਾ ਹੈ। ਤੇ ਮੁਕੰਮਲਤਾ ਦੇ ਵਾਸਤੇ ਹੁਣ ਉਹ ਸ਼ਬਦ ਦੇਣ ਵਾਲਾ ਜਿਹੜੀ ਗੱਲ ਸੀ ਨਾ, ਪਹਿਲਾਂ ਇੱਕ ਵਿਅਕਤੀ ਗੁਰੂ ਵਿਅਕਤੀ ਦੇ ਕੋਲ ਹੁੰਦੀ ਸੀ, ਤੇ ਅੱਜ ਸਤਿਗੁਰੂ ਚਾਹੁੰਦੇ ਸਨ ਕਿ ਇਹ ਵੀ ਗੁਰੂ ਕੇ ਪਿਆਰਿਆਂ ਦੇ ਕੋਲ ਚਲੀ ਜਾਣੀ ਚਾਹੀਦੀ ਹੈ। ਤੇ ਇੱਕ ਵਿਅਕਤੀ ਜੋ ਗੁਰੂ ਵਿਅਕਤੀ ਹੈ ਨਾ, ਇਸ ਦੀ ਲੋੜ ਹੁਣ ਅੱਗੇ ਵਾਸਤੇ ਨਹੀਂ ਹੋਵੇ, ਸਤਿਗੁਰੂ ਚਾਹੁੰਦੇ ਸਨ। ਤਾਂ ਐਸੀਆਂ ਹੋਰ ਮਹਾਨ ਸੰਭਾਵਨਾਵਾਂ ਨੂੰ, ਆਉਣ ਵਾਲੀਆਂ ਘਟਨਾਵਾਂ ਨੂੰ, ਆਉਣ ਵਾਲੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਤਿਗੁਰਾਂ ਨੇ ਇਹ ਕੌਤਕ ਰਚਾਇਆ ਹੈ, ਇਹ ਕੌਤਕ ਰਚਾਇਆ ਹੈ ਕਿ 5 ਸਿਰਾਂ ਦੀ ਵਾਰੀ-ਵਾਰੀ ਉਹਨਾਂ ਨੇ ਮੰਗ ਕੀਤੀ, ਔਰ ਜਿਹੜੇ ਫਿਰ ਨਿਤਰੇ ਭਾਈ ਦਇਆ ਰਾਮ ਹੋਣੀ, ਭਾਈ ਧਰਮਚੰਦ ਹੋਣੀ, ਭਾਈ ਸਾਹਿਬ ਚੰਦ ਹੋਣੀ, ਭਾਈ ਮੋਹਕਮ ਚੰਦ ਹੋਣੀ, ਭਾਈ ਹਿੰਮਤ ਰਾਏ ਹੋਣੀ, ਇਹ ਜਿਹੜੇ ਪਿਆਰੇ ਨਿਤਰੇ ਫਿਰ ਉਹਨਾਂ ਨੂੰ ਅੰਮ੍ਰਿਤ ਦਾ ਬਾਟਾ ਛਕਾਇਆ ਬਾਅਦ ਵਿੱਚ ਔਰ ਅੰਮ੍ਰਿਤ ਦਾ ਬਾਟਾ ਛਕਾ ਕੇ ਉਹਨਾਂ ਨੂੰ ਰਹਿਤ ਦ੍ਰਿੜ ਕਰਵਾਈ। ਰਹਿਤਾਂ ਦ੍ਰਿੜ ਕਰਵਾਉਂਦਿਆਂ ਹੋਇਆਂ ਨਾਲ ਹੀ ਨਾਲ ਉਹਨਾਂ ਨੂੰ ਬੱਜਰ ਕੁਰੈਤਾਂ ਤੋਂ ਬਚਣ ਵਾਸਤੇ ਵੀ ਆਖਿਆ ਕਿ ਆਹ ਬੱਜਰ ਕੁਰੈਤਾਂ ਨੇ, ਤੁਸਾਂ ਨੇ ਇਸ ਤੋਂ ਅਲੇਪ ਰਹਿਣਾ ਹੈ, ਬਚ ਕੇ ਰਹਿਣਾ ਹੈ। ਹੁਣ ਇਸ ਗੱਲ ਦੀ ਜਿਹੜੀ ਟੋਹ ਹੈ, ਸਾਨੂੰ ਉਸ ਵੇਲੇ ਦੇ ਜੋ ਸਮਕਾਲੀ ਇਤਿਹਾਸ ਨੇ, ਬਹੁਤ ਸਾਰੇ ਇਤਿਹਾਸਾਂ ਦੇ ਵਿੱਚੋਂ ਸਾਨੂੰ ਟੋਹ ਮਿਲਦੀ ਹੈ। ਇੱਕ ਹੁਕਮਨਾਮਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਜਿਹੜਾ ਉਹਨਾਂ ਨੇ ਕਾਬਲ ਦੀ ਸੰਗਤ ਦੇ ਨਾਮ ਤੇ ਇਸ਼ੂ ਕੀਤਾ ਸੀ ਜੇਠ 26 ਨੂੰ ਸੰਮਤ 1756, ਭਾਵ ਉਹੀ 1699 ਦੇ 26 ਜੇਠ ਨੂੰ, ਪਹਿਲੀ ਵਿਸਾਖ ਵਾਲੇ ਦਿਨ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਤੇ 26 ਜੇਠ ਨੂੰ ਮਹਾਰਾਜ ਕਾਬਲ ਦੀ ਸੰਗਤ ਦੇ ਨਾਂ ਤੇ ਜੋ ਹੁਕਮਨਾਮਾ ਜਾਰੀ ਕਰ ਰਹੇ ਨੇ, ਉਸ ਦੇ ਵਿੱਚ ਵੀ ਰਹਿਤਾਂ ਦੇ ਬਾਬਤ ਅਤੇ ਬੱਜਰ ਕੁਰੈਤਾਂ ਦੇ ਬਾਬਤ ਸਤਿਗੁਰੂ ਮਹਾਰਾਜ ਦੇ ਕੁਝ ਸੰਕੇਤ ਮਿਲਦੇ ਨੇ। ਹੁਕਮਨਾਮੇ ਦਾ ਪਾਠ ਹੈ, ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ, ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ ਇਹ ਸਾਡੀ ਮੋਹਰ ਹੈ, ਕੱਛ ਕਿਰਪਾਨ ਦਾ ਵਿਸਾਹ ਕਰਨਾ ਨਹੀਂ, ਸਰਬ ਲੋਹ ਦਾ ਕੜਾ ਹੱਥ ਰੱਖਣਾ, ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸਿਉਂ ਕਰਨੀ, ਸਰਬੱਤ ਸੰਗਤ ਅਪਾਖਿਆ ਦਾ ਕੁੱਠਾ ਮਾਸ ਖਾਵੇ ਨਹੀਂ, ਤਮਾਕੂ ਨਾ ਵਰਤਣਾ, ਭਾਦਨੀ तथा कन्या मारन वाले से ना मिल रखे, मीने मसंदिए राम राइये की संगत ना बैसो, गुरबाणी पढ़नी, वाहिगुरु जपना, गुरु की मत रखनी, सरबत संगत ऊपर मेरी खुशी है। और सतगुरां ने इस हुक्मनामे ते साइन कीते होए ने, ते इउं आखिया जांदा है कि इस हुक्मनामे दी जो असल कापी है वो श्रोमणी गुरुद्वारा प्रबंधक कमेटी दे पास अजायब घर दे विच प्राप्त है। ਹੁਣ ਇੱਥੋਂ ਵੀ ਟੋਹ ਮਿਲਦੀ ਹੈ। ਹੋਰ ਅਨੇਕਾਂ ਹੀ ਸਾਡੇ ਜੋ ਇਤਿਹਾਸਕ ਗ੍ਰੰਥ ਨੇ, ਸਤਿਗੁਰਾਂ ਨੇ ਉਸ ਵੇਲੇ ਜੋ ਰਹਿਤਾਂ ਦਸੀਆਂ, ਜਿਨ੍ਹਾਂ ਬੱਜਰ ਕੁਰੈਤਾਂ ਤੋਂ ਸੁਚੇਤ ਕੀਤਾ, ਜਿਨ੍ਹਾਂ ਹੋਰ ਕਮਜ਼ੋਰੀਆਂ ਤੋਂ ਸੁਚੇਤ ਕੀਤਾ, ਉਸ ਦੇ ਬਾਬਤ ਸਾਨੂੰ ਨਿਸ਼ਾਨ ਮਿਲਦੇ ਨੇ। ਗੁਰੂ ਪੰਥ ਨੇ ਬਹੁਤ ਲੰਬਾ ਅਰਸਾ ਘੋਲ ਕਰਨ ਤੋਂ ਬਾਅਦ ਇਸ ਸਦੀ ਦੇ ਵਿੱਚ ਜਿਸ ਵੇਲੇ ਮਹੰਤਾਂ ਦੇ ਪਾਸੋਂ ਗੁਰਦੁਆਰੇ ਲਏ, ਤਾਂ ਇਸ ਪਾਸੇ ਵੱਲ ਵੀ ਧਿਆਨ ਗਿਆ ਕਿ ਭਾਵੇਂ ਅਸੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਧਾਰਨੀ ਆ, ਔਰ ਗੁਰੂ ਗ੍ਰੰਥ ਸਾਹਿਬ ਦਾ ਪੰਥ ਅਸੀਂ ਸਾਰੇ ਅਖਵਾਉਣ ਵਾਲੇ ਆ, ਲੇਕਿਨ ਸਾਡੀ ਜੀਵਨ ਚਾਲ ਜੋ ਹੈ, ਧਾਰਮਿਕ ਚਾਲ, ਉਹ ਵੱਖ-ਵੱਖ ਹੈ। ਕਿਉਂ ਨਾ ਹੋਵੇ ਕਿ ਸਾਡੀ ਸਾਰਿਆਂ ਦੀ ਜੀਵਨ ਚਾਲ ਵੀ ਇੱਕ ਹੋਵੇ। ਤਾਂ ਉਹ ਜੀਵਨ ਚਾਲ ਵਿੱਚ ਇੱਕ ਸਾਰਤਾ ਲਿਆਉਣ ਵਾਸਤੇ, ਇੱਕ ਸੁਰਤਾ ਲਿਆਉਣ ਵਾਸਤੇ, ਏਕਤਾ ਲਿਆਉਣ ਵਾਸਤੇ, ਪੰਥਕ ਇੱਕ ਮਹਾਨ ਹਸਤੀ ਬਣਾਉਣ ਵਾਸਤੇ ਉਹਨਾਂ ਗੁਰੂ ਪਿਆਰਿਆਂ ਨੇ ਯਤਨ ਕੀਤੇ, ਜਿਨ੍ਹਾਂ ਦੇ ਵਿੱਚ ਤਖਤ ਸਾਹਿਬਾਨ ਦੇ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ, ਹੋਰ ਮਹਾਨ ਪੁਰਸ਼, ਸਾਧੂ, ਮਹਾਤਮਾ, ਗਿਆਨੀ ਔਰ ਵਿਅਕਤੀਗਤ ਬਹੁਤ ਮਹਾਨ ਵਿਦਵਾਨ ਵਿਅਕਤੀ, ਜਥੇਬੰਦੀਆਂ ਵਾਲੇ ਤੇ ਹੋਰ ਡੇਰਿਆਂ ਵਾਲੇ ਸੱਜਣ ਜਿਹੜੇ ਸਨ ਨਾ, ਬਹੁਤ ਸਾਰਿਆਂ ਨੇ ਹਿੱਸਾ ਲਿਆ। ਲਗਭਗ 14 ਵਰੇ ਘਾਲਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਬੈਠ ਕੇ ਵਾਰ-ਵਾਰ ਵਿਚਾਰਾਂ ਕਰਨ ਤੋਂ ਬਾਅਦ 1945 ਦੇ ਵਿੱਚ ਲਗਭਗ 14 ਵਰੇ ਦੀ ਘਾਲਣਾ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਨਾਮ ਦੀ ਦਸਤਾਵੇਜ਼ ਜਾਰੀ ਕੀਤੀ ਸ੍ਰੀ ਅਕਾਲ ਤਖਤ, ਜਿਸ ਦੇ ਅਨੁਸਾਰ ਸਾਰਿਆਂ ਨੇ ਚੱਲਣ ਦੇ ਵਾਸਤੇ ਪ੍ਰਣ ਲਿਆ।
ਕਿ ਅਸੀਂ ਸਾਰੇ ਸਾਂਝੇ ਰੂਪ ਦੇ ਵਿੱਚ ਇਸ ਮਰਿਆਦਾ ਨੂੰ ਅਪਣਾ ਕੇ ਧਾਰਨ ਕਰਦੇ ਹੋਏ ਚੱਲਾਂਗੇ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਇਸੇ ਮਰਿਆਦਾ ਦੇ ਅਨੁਸਾਰ ਹੀ ਅੱਜ ਵੀ ਪੰਜ ਪਿਆਰੇ ਸਾਨੂੰ ਦ੍ਰਿੜ ਕਰਵਾਉਂਦੇ ਨੇ, ਭਾਵ ਅੰਮ੍ਰਿਤ ਛਕਣ ਵਾਲੇ ਨੂੰ ਦ੍ਰਿੜ ਕਰਵਾਉਂਦੇ ਨੇ ਕਿ ਭਾਈ ਅੱਜ ਤੋਂ ਤੁਸੀਂ ਸਤਿਗੁਰੂ ਕੇ ਜਨਮ ਹੈ, ਗਮਨ ਮਿਟਾਇਆ ਹੈ ਅਤੇ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ, ਵਾਸੀ ਅਨੰਦਪੁਰ ਸਾਹਿਬ ਦੀ ਹੈ। ਤੁਸੀਂ ਇੱਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿੱਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭਰਾਤਾ ਹੋ। ਤੁਹਾਡੀ ਪਿਛਲੀ ਕੁੱਲ ਕਿਰਤ ਧਰਮ ਦਾ ਤਿਆਗ ਕਰਕੇ, ਅਰਥਾਤ ਪਿਛਲੀ ਜਾਤ ਪਾਤ ਜਨਮ ਦੇਸ਼ ਮਜ਼ਹਬ ਦਾ ਖਿਆਲ ਤੱਕ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ। ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਅਵਤਾਰ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਦਸੇ ਗੁਰੂ ਸਾਹਿਬਾਨ ਨੂੰ ਤੇ ਉਹਨਾਂ ਦੀ ਬਾਣੀ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਤੁਸੀਂ ਗੁਰਮੁਖੀ ਜਾਣਦੇ ਹੋ, ਬ੍ਰੈਕਟ ਵਿੱਚ ਲਿਖਿਆ, ਜੇ ਨਹੀਂ ਜਾਣਦੇ ਤਾਂ ਸਿੱਖ ਲਓ ਅਤੇ ਹਰ ਰੋਜ਼ ਘੱਟ ਤੋਂ ਘੱਟ ਇਹਨਾਂ ਨਿਤਨੇਮ ਦੀਆਂ ਬਾਣੀਆਂ ਜਪ ਜਾਪ 10 ਸਵਈਏ ਸਰਾਬੂ ਸ਼ੁੱਧ ਵਾਲੇ ਸੋਦਰ ਰਹਿਰਾਸ ਤੇ ਸੋਹਿਲਾ ਦਾ ਪਾਠ ਕਰਨਾ ਜਾਂ ਸੁਣਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ, 5 ਕੱਕਿਆਂ ਕੇਸ ਕਿਰਪਾਨ ਕਛਹਿਰਾ ਕੰਘਾ ਕੜਾ ਨੂੰ ਹਰ ਵੇਲੇ ਅੰਗ ਸੰਗ ਰੱਖਣਾ। ਇਹ 4 ਕੁਰੈਤਾਂ ਨਹੀਂ ਕਰਨੀਆਂ, ਕੇਸਾਂ ਦੀ ਬੇਅਦਬੀ, ਕੁੱਠਾ ਖਾਣਾ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਤੇ ਨੰਬਰ 4 ਤੰਬਾਕੂ ਦਾ ਵਰਤਣਾ। ਇਹਨਾਂ ਵਿੱਚੋਂ ਕੋਈ ਕੁਰੈਤ ਹੋ ਜਾਏ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਵੇਗਾ। ਆਪਣੀ ਇੱਛਾ ਵਿਰੁੱਧ ਅਨਪੋਲ ਹੀ ਕੋਈ ਕੁਰੈਤ ਹੋ ਜਾਵੇ ਤਾਂ ਕੋਈ ਦੰਡ ਨਹੀਂ। ਸਿਰ ਗੁੰਮ ਨੜੀ ਮਾਰ ਦਾ ਸੰਗ ਨਹੀਂ ਕਰਨਾ, ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤਤਪਰ ਰਹਿਣਾ, ਆਪਣੀ ਕਮਾਈ ਵਿੱਚੋਂ ਗੁਰੂ ਕਾ ਦਸਵੰਧ ਦੇਣਾ, ਸਾਰੇ ਕੰਮ ਗੁਰਮਤਿ ਅਨੁਸਾਰ ਕਰਨੇ। ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿੱਚ ਇੱਕ ਸੂਤ ਪਰੋਏ ਰਹਿਣਾ। ਰਹਿਤ ਵਿੱਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖਾਹ ਬਖਸ਼ਾਉਣੀ, ਅੱਗੇ ਲਈ ਸਾਵਧਾਨ ਰਹਿਣਾ। ਜਿਨ੍ਹਾਂ ਇਹ ਸਿੱਖ ਰਹਿਤ ਮਰਿਆਦਾ ਹੋਵੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਪੰਨਾ 30 ਅਤੇ 31 ਪਿਆਰ ਵਿੱਚ ਪੜ੍ਹ ਸਕਦੇ ਨੇ, ਜਿੱਥੋਂ ਸਾਨੂੰ ਸਾਰੀ ਸੇਧ ਮਿਲਦੀ ਹੈ। ਭਾਈ ਸਾਹਿਬ ਹੋਰੀ ਕਵੀ ਸੈਨਾਪਤੀ ਜੀ ਗੁਰਸੋਭਾ ਨਾਮੀ ਗ੍ਰੰਥ ਦੇ ਵਿੱਚ ਲਿਖਦੇ ਨੇ, ਕਵੀ ਸੈਨਾਪਤੀ ਉਹ ਵਿਅਕਤੀ ਨੇ ਜਿਨ੍ਹਾਂ ਦੇ ਬਾਬਤ ਆਖਿਆ ਜਾਂਦਾ ਹੈ ਕਿ ਆਪ ਸਤਿਗੁਰਾਂ ਦੇ ਸਮਕਾਲੀ ਸਨ। ਦਰਬਾਰ ਵਿੱਚ ਜਿਸ ਵੇਲੇ ਇਹ ਸਾਰਾ ਕੌਤਕ ਸਤਿਗੁਰਾਂ ਨੇ ਰਚਾਇਆ ਉਸ ਵੇਲੇ ਮੌਜੂਦ ਸਨ, ਔਰ ਉਹਨਾਂ ਨੇ ਜੋ ਕੁਝ ਹੋਇਆ ਵੇਖਿਆ ਅਤੇ ਸੁਣਿਆ ਉਹ ਸਾਰਾ ਕੁਝ ਅੰਕਿਤ ਕੀਤਾ ਗੁਰਸੋਭਾ ਦੇ ਵਿੱਚ। ਗੁਰਸੋਭਾ ਵਾਲੇ ਮਾਣਯੋਗ ਭਾਈ ਕਵੀ ਸੈਨਾਪਤੀ, ਜਿਨ੍ਹਾਂ ਦਾ ਨਾਮ ਬਾਅਦ ਵਿੱਚ ਸੈਨਾ ਸਿੰਘ ਹੋਇਆ ਅੰਮ੍ਰਿਤ ਛਕ ਕੇ ਆਪ ਵੀ, ਉਹਨਾਂ ਨੇ ਲਿਖਿਆ ਕੀਏ ਤਦ ਬਚਨ ਸਤਿਗੁਰੂ ਕਾਰਨ ਕਰਨ, ਸਰਬ ਸੰਗਤ ਆਦ ਅੰਤ ਮੇਰਾ ਖਾਲਸਾ, ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ, ਨਾ ਮਾਨੇਗਾ ਹੁਕਮ ਸੋ ਤੋ ਹੋਵੇਗਾ ਬੇਹਾਲਸਾ, 5 ਕੀ ਕੁਸੰਗ ਤਜ ਸੰਗਤ ਸਿਉ ਪ੍ਰੀਤ ਕਰੈ, ਦਇਆ ਅਰ ਧਰਮ ਧਾਰ ਤਿਆਗੈ ਸਭ ਲਾਲਸਾ, ਹੁੱਕਾ ਨਾਹੀਂ ਪੀਵੈ ਸੀਸ ਦਾੜੀ ਨਾ ਮੁੰਡਾਵੈ, ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। ਇਸ ਪ੍ਰਕਾਰ ਦੀਆਂ ਉਹਨਾਂ ਨੇ ਵੀ ਘਟਨਾਵਾਂ ਦਾ ਜ਼ਿਕਰ ਇਹਨਾਂ ਲਫ਼ਜ਼ਾਂ ਦੇ ਨਾਲ ਕੀਤਾ ਹੈ, ਔਰ ਸ਼ਬਦਾਵਲੀ ਇਸ ਦੀ ਬੜੀ ਸੁਖੈਨ ਹੈ, ਮੈਂ ਮੁੜ ਕੇ ਦੁਹਰਾਉਣੀ ਨਹੀਂ ਚਾਹੁੰਦਾ। ਖੂਬਸੂਰਤੀ ਵਾਲੀ ਗੱਲ ਹੋਰ ਭਾਈ ਸਾਹਿਬ ਹੋਰੀ ਕਵੀ ਸੈਨਾ ਸਿੰਘ ਹੋਣੀ ਲਿਖਦੇ ਨੇ ਕਿ ਦੇ ਖੰਡੇ ਕੀ ਪਹੁਲ ਤੇਜ ਬੜਾਇਆ, ਸਿੰਘ ਅਜੀਤ ਕਰ ਜ਼ੋਰ ਹੁਕਮ ਵਰਤਾਇਆ। ਕੇਵਲ ਇੱਕ ਕਵੀ ਸੈਨਾਪਤੀ ਹੋਣੀ ਨੇ, ਸੈਨਾ ਸਿੰਘ ਹੋਣੀ, ਜਿਹੜੇ ਇਤਿਹਾਸ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਜਿੱਥੇ ਅੱਜ ਹੋਰਨਾਂ ਨੇ ਅੰਮ੍ਰਿਤ ਛਕਿਆ ਨਾ, ਉੱਥੇ ਸਤਿਗੁਰਾਂ ਦੇ ਜੋ ਵੱਡੇ ਸਾਹਿਬਜ਼ਾਦੇ ਸਨ, ਅਜੀਤ ਸਿੰਘ ਹੋਣੀ, ਜਿਨ੍ਹਾਂ ਨੂੰ ਅਸੀਂ ਸਤਿਕਾਰ ਸਹਿਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਆਖਦੇ ਹਾਂ, ਅੱਜ ਉਹਨਾਂ ਨੇ ਵੀ ਅੰਮ੍ਰਿਤਪਾਨ ਕੀਤਾ, ਅੰਮ੍ਰਿਤ ਛਕਿਆ। ਗੁਰੂ ਪਿਆਰਿਓ, ਮੈਂ ਇੱਕ ਖਿਆਲ ਦੇ ਵੱਲ ਆਪ ਸਾਰਿਆਂ ਦਾ ਧਿਆਨ ਦਿਵਾਉਣਾ ਚਾਹੁੰਦਾ। ਸਤਿਗੁਰੂ ਮਹਾਰਾਜ ਨੇ ਇਹ ਮਰਿਆਦਾ ਜੋ ਬੱਧੀ ਅੱਜ ਕਿ ਪੰਜਾਂ ਦੇ ਸਿਰਾਂ ਦੀ ਮੰਗ ਕਰਕੇ ਉਹਨਾਂ ਨੂੰ ਪ੍ਰੀਖਿਆ ਵਿੱਚ ਪੂਰਾ ਉਤਰੇ ਵੇਖ ਕੇ ਜਾਣ ਕੇ, ਉਸ ਤੋਂ ਬਾਅਦ ਉਹਨਾਂ ਨੂੰ
ਪੰਜਾਂ ਨੂੰ ਅੰਮ੍ਰਿਤ ਛਕਾਇਆ। ਫਿਰ ਨਾਲ ਅਸੀਂ ਇਹ ਵੀ ਸਾਰੇ ਪੜ੍ਹਦੇ ਹਾਂ, ਸੁਣਦੇ ਹਾਂ, ਇਹ ਪਰੰਪਰਾ ਸਾਡੇ ਵਿੱਚ ਪ੍ਰਚਲਿਤ ਹੈ ਕਿ ਸਤਿਗੁਰੂ ਮਹਾਰਾਜ ਨੇ ਫਿਰ ਉਹਨਾਂ ਦੇ ਪਾਸੋਂ ਆਪ ਵੀ ਹੱਥ ਅੱਡ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਆਪ ਵੀ ਉਹਨਾਂ ਨੇ ਅੰਮ੍ਰਿਤ ਛਕਿਆ ਕਿਉਂਕਿ ਇਹ ਮਰਿਆਦਾ ਕਰਨੀ ਜ਼ਰੂਰੀ ਸੀ, ਇਹ ਮਰਿਆਦਾ ਕਰਨੀ ਜ਼ਰੂਰੀ ਸੀ। ਔਰ ਸਤਿਗੁਰਾਂ ਨੇ ਕੇਵਲ ਇਹ ਮਰਿਆਦਾ ਕੀਤੀ ਹੈ। ਯਾਦ ਰੱਖਿਓ ਜੇ, ਮਹਾਰਾਜ ਸਰਬੱਗ ਨੇ, ਮਹਾਰਾਜ ਸਰਬ ਸ਼ਕਤੀਮਾਨ ਨੇ, ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਪੂਰਨ ਸਮਰੱਥ ਨੇ। ਇਹ ਇਸ ਤੋਂ ਪਹਿਲਾਂ ਵੀ 23.5 ਵਰੇ ਵਿਅਕਤੀਆਂ ਨੂੰ ਗੁਰੂ ਕੇ ਸਿੱਖ ਅੰਮ੍ਰਿਤ ਛਕਾ ਕੇ ਚਰਨ ਪੌਲ ਚਰਨ ਅੰਮ੍ਰਿਤ ਦੇ ਕੇ ਸਿੱਖ ਬਣਾਉਂਦੇ ਰਹੇ ਨੇ। ਪਰ ਅੱਜ ਮਰਿਆਦਾ ਕੀਤੀ, ਔਰ ਉਸ ਮਰਿਆਦਾ ਦਾ ਇਹ ਵੀ ਭਾਗ ਹੈ ਕਿ ਖਾਲਸਾ गुरु खालसा करूं मैं जैसे श्री नानक जी अंगद को की।